सतनाम करता पुरख निर्भाव निर्वैर अकाल मूरत आयुनि सैभं गुर प्रसाद। जपयाद सच जुगाद सच है भी सच नानक होसी भी सच। ज्ञान अंजन गुरु दिया अज्ञान अंधेर विनाश। हर कृपा ते संत भेटे नानक मन प्रगास। जेता जियो पिंड सब तेरा तू अंतरजामी पुरख प्रधान। दासन दास कह जन नानक जे हा तू करा है ते हा करी मुखियाल। दासन दास कहे जान नानक जेहा तू करा है तेहा करी बखियाल। छतर चवर तख्त दे मालक दसों पातशाहियों के स्वरूप हाजरा हजूर याहरा जहूर जुगो जुग अटालाद श्री गुरु ग्रंथ साहिब महाराज। सतगुरु सच्चे पातशाह जी दे पावन पवित्र दरबार विखे शोभाएमान गुरु रूप गुरु स्वरूप सत संगी जन भाई फतेह अर्ज है प्रवान करना जी। वाहिगुरु जी का खालसा वाहिगुरु जी की फतेह। मानयोग सतसंगी जन जो कितने रोज तो आदि श्री गुरु ग्रंथ साहिब महाराज जी दे विच जो कि राग माझ दी वार है उस दा विचार लड़ीवार आरंभ किया होया है। लड़ी मुताबक अज माझ दी वार दी दूसरी पौड़ी दा पहला सलोक आरंभ है। पहले सलोक दे अंदर सतगुरु जी के पावन पवित्र उपदेश बख्शिश करते हैं। आप सरवण करो जी। सलोक महला पहला जियो पाए तन साजिया रखिया बनत बनाए। अखी देखै जिहवा बोलै कन्नी सुरत समाए। जियो पाए तन जियो पाए तन साजिया रखिया बनत बनाए। अखी देखै जिहवा बोलै कन्नी सुरत समाए। सलोक महला पहला। इस वार दे अंदर दूसरी पौड़ी दे विच पहला सलोक धन गुरु नानक देव साहिब महाराज जी दा है। दूसरी पौड़ी दे विच दूसरा सलोक दूसरे पातशाह धन गुरु अंगद देव साहिब जी का है। सो सतगुरु गुरु नानक साहिब जी फरमान करते हैं जियो पाए तन साजिया रखिया बनत बनाए। परमेश्वर ने ऐसी बनत बनाई है ऐसी कारागरी कीती है ऐसा सुंदर शरीर बनाया है जिस दे विच जीव पाए तन साजिया। तन नूं बना के विच इस दे अंदर जीव आत्मा पा दिती।
ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਉਂਦੇ ਹਨ ਕਿ ਉਸ ਵਾਹਿਗੁਰੂ ਨੇ ਇਹ ਸਰੀਰ ਬਣਾ ਕੇ ਉਸ ਦੇ ਅੰਦਰ ਆਤਮਾ ਰੱਖ ਦਿੱਤੀ, ਫਿਰ ਇਸ ਦੇ ਖਾਣ ਪਹਿਨਣ ਦੇ ਸਾਧਨ ਬਣਾ ਦਿੱਤੇ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਵਾਹਿਗੁਰੂ ਨੇ ਇਹ ਤਨ ਦੇ ਅੰਦਰ ਆਤਮਾ ਰੱਖ ਦਿੱਤੀ, ਫਿਰ ਇਸ ਦੇ ਵਾਸਤੇ ਪਹਿਨਣ ਵਾਸਤੇ ਬਸਤਰ ਬਣਾਏ, ਛਕਣ ਵਾਸਤੇ ਭੋਜਨ ਬਣਾਏ। ਉਸ ਵਾਹਿਗੁਰੂ ਨੇ ਐਸਾ ਤਨ, ਐਸਾ ਪੰਜ ਭੂਤਕ ਸਰੀਰ ਸਾਜਿਆ। ਸਰੀਰ ਤੇ ਪੰਜਾਂ ਤੱਤਾਂ ਦਾ ਹੈ, ਪਰ ਇਹਦੇ ਵਿੱਚ ਉਸ ਨੇ ਵੱਖਰੋ ਵੱਖਰੀਆਂ ਤਾਕਤਾਂ ਰੱਖ ਦਿੱਤੀਆਂ। ਹਜ਼ੂਰ ਕਹਿੰਦੇ ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਅੱਖੀਂ ਦੇਖੈ ਜੇਵਾ ਬੋਲੇ, ਕੰਨੀ ਸੁਰਤ ਸਮਾਏ। ਸਰੀਰ ਤੇ ਹੈ ਪੰਜ ਤੱਤਾਂ ਦਾ। ਅੱਖਾਂ ਜਿਹੜੀਆਂ ਨੇ ਉਹੋ ਹੀ ਪੰਜ ਤੱਤਾਂ ਦਾ ਸਰੀਰ ਦੇ ਵਿੱਚੋਂ ਇੱਕ ਪਾਰਟ ਅੱਖਾਂ ਨੇ, ਉਹ ਵੇਖਣ ਦਾ ਕੰਮ ਕਰਦੀਆਂ ਨੇ। ਉਹੀ ਪੰਜ ਤੱਤ ਦੇ ਸਰੀਰ ਦੇ ਵਿੱਚ ਇੱਕ ਜ਼ਬਾਨ ਹੈ, ਉਹੀ ਪੰਜਾਂ ਤੱਤਾਂ ਦੀ ਬਣੀ ਹੋਈ, ਉਹ ਬੋਲਣ ਦਾ ਕੰਮ ਕਰਦੀ ਹੈ। ਉਹੀ ਪੰਜਾਂ ਤੱਤਾਂ ਦੇ ਸਰੀਰ ਵਿੱਚ ਇੱਕ ਕੰਨ ਨੇ, ਉਹ ਸੁਣਨ ਦਾ ਕੰਮ ਕਰਦੇ ਨੇ। ਹੈ ਪੰਜਾਂ ਤੱਤਾਂ ਦਾ ਹੀ ਸਰੀਰ, ਪਰ ਜਿਹੜੇ ਵੱਖਰੋ ਵੱਖਰੇ ਅੰਗ ਨੇ, ਵੇਖੋ ਜ਼ਬਾਨ ਵੀ ਉਸੇ ਹੀ ਮਾਸ ਮਿੱਟੀ ਦੀ ਬਣੀ, ਪੰਜਾਂ ਤੱਤਾਂ ਦੀ ਬਣੀ ਹੈ, ਇਹ ਬੋਲਦੀ ਹੈ। ਅੱਖਾਂ ਜਿਹੜੀਆਂ ਨੇ ਉਹ ਵੀ ਉਸ ਹੀ ਪੰਜਾਂ ਤੱਤਾਂ ਦੇ ਮਟੀਰੀਅਲ ਤੋਂ ਬਣੀ ਹੋਈ ਹੈ, ਬਣੀਆਂ ਹੋਈਆਂ ਨੇ, ਇਹ ਵੇਖਣ ਦਾ ਕੰਮ ਕਰਦੀਆਂ। ਕੰਨ ਵੀ ਉਸ ਮਟੀਰੀਅਲ ਤੋਂ ਹੀ ਬਣੇ ਨੇ, ਪਰ ਇਹ ਸੁਣਨ ਦਾ ਕੰਮ ਕਰ ਰਹੇ ਨੇ। ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਇੱਕ ਸਰੀਰ ਹੈ, ਜਿਨ ਕੰਨ ਕੀਤੇ ਅੱਖੀਂ ਨਾਕ। ਵਾਹਿਗੁਰੂ ਨੇ ਪੰਜ ਤੱਤ ਦਾ ਸਰੀਰ ਜਿਹੜਾ ਬਣਾਇਆ, ਜਿਹੜਾ ਮਿੱਟੀ ਦਾ ਸਰੀਰ ਬਣਾਇਆ ਪੰਜਾਂ ਤੱਤਾਂ ਦਾ, ਵੱਖਰੋ ਵੱਖਰੀਆਂ ਉਹਦੇ ਵਿੱਚ ਤਾਕਤਾਂ ਬਣਾ ਦਿੱਤੀਆਂ, ਰੱਖ ਦਿੱਤੀਆਂ। ਅੱਖਾਂ ਵੇਖਣ ਦਾ ਕੰਮ ਕਰਦੀਆਂ, ਕੰਨ ਸੁਣਨ ਦਾ ਕੰਮ ਕਰਦੇ ਨੇ, ਨਾਸਕਾਂ ਗੰਧ ਸੁਗੰਧ ਦੀ ਪਹਿਚਾਨ ਕਰਦੀਆਂ ਨੇ, ਜ਼ਬਾਨ ਬੋਲਦੀ ਹੈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੇ। ਮਿੱਟੀ ਪੰਜ ਤੱਤ ਹੀ ਨੇ, ਪਰ ਸਾਜਣਹਾਰ ਪਰਮੇਸ਼ਵਰ ਨੇ ਇਸ ਪੰਜ ਤੱਤ ਦੇ ਸਰੀਰ ਵਿੱਚ, ਪੁਤਲੇ ਵਿੱਚ ਅੱਖਾਂ ਰੱਖੀਆਂ ਵੇਖਣ ਦਾ ਕੰਮ, ਕੰਨ ਰੱਖੇ ਸੁਣਨ ਦਾ ਕੰਮ, ਨਾਸਕਾਂ ਬਣਾਈਆਂ ਗੰਧ ਸੁਗੰਧ ਦੀ ਪਰਖ ਕਰਦੀਆਂ ਨੇ, ਜ਼ਬਾਨ ਬਣਾਈ ਹੈ ਬੋਲਣ ਦਾ ਕੰਮ ਕਰਦੀ ਹੈ। ਇਹ ਸਰੀਰ ਇੱਕੋ ਹੀ ਮਿੱਟੀ ਦਾ। ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ। ਇਹ ਮਿੱਟੀ ਦਾ ਪੁਤਲਾ, ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਭੱਜਿਆ ਨੱਚਿਆ ਫਿਰਦਾ। ਦੇਖੈ ਦੇਖੈ ਅੱਖਾਂ ਨਾਲ ਵੇਖਦਾ ਹੈ, ਉਹ ਵੀ ਪੰਜ ਤੱਤ ਦੇ ਵਿੱਚੋਂ ਹੀ ਅੱਖਾਂ ਨੇ ਸਰੀਰ ਦੇ ਵਿੱਚੋਂ। ਕੰਨ ਵੀ ਉਹੀ, ਦੇਖੈ ਦੇਖੈ ਸੁਣੈ ਬੋਲੇ, ਸੁਣਦਾ ਵੀ ਹੈ ਬੋਲਦਾ ਵੀ ਹੈ। ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ, ਭੱਜਿਆ ਨੱਸਿਆ ਫਿਰਦਾ। ਇਹ ਪੰਜਾਂ ਤੱਤਾਂ ਦਾ ਸਰੀਰ ਬਣਾ ਕੇ ਪਰਮੇਸ਼ਵਰ ਨੇ ਇਹਦੇ ਅੰਦਰ ਵੱਖਰੋ ਵੱਖਰੀਆਂ
ਇਹਦੇ ਅੰਦਰ ਤਾਕਤਾਂ ਰੱਖ ਦਿੱਤੀਆਂ। ਕੋਈ ਤਾਕਤ ਰੱਖੀ ਹੈ ਦੇਖਣ ਦਾ ਕੰਮ ਕਰਦੀ, ਕੋਈ ਸੁਣਨ ਦਾ, ਕੋਈ ਬੋਲਣ ਦਾ, ਕੋਈ ਗੰਧ ਸੁਗੰਧ ਨੂੰ ਪਰਖਣ ਦਾ ਕੰਮ ਕਰਦੀ ਹੈ। ਭਾਈ ਗੁਰਦਾਸ ਜੀ ਬਹੁਤ ਸੁੰਦਰ ਫਰਮਾਨ ਕਰਦੇ ਹਨ। ਉਹ ਕਹਿੰਦੇ, ਜੀਉ ਪਾਏ ਤਨ ਸਾਜਿਆ, ਮੂੰਹ ਅੱਖੀ ਕੰਨ ਨੱਕ ਸਵਾਰੇ। ਪਰਮੇਸ਼ਵਰ ਨੇ ਇਹ ਜਿਹੜਾ ਤਨ ਸਾਜਿਆ ਬਣਾਇਆ, ਇਹਦਾ ਮੂੰਹ ਬਣਾ ਦਿੱਤਾ, ਅੱਖਾਂ ਬਣਾ ਦਿੱਤੀਆਂ, ਨੱਕ ਬਣਾ ਦਿੱਤਾ, ਕੰਨ ਬਣਾ ਦਿੱਤੇ, ਸਵਾਰ ਕੇ ਸੁੰਦਰ ਬਣਾ ਦਿੱਤਾ ਇਹਨੂੰ। ਭਾਈ ਗੁਰਦਾਸ ਜੀ ਆਪਣੀ ਵਾਰ ਦੇ ਵਿੱਚ ਇੱਕ ਹੋਰ ਬੜਾ ਸੁੰਦਰ ਖਿਆਲ ਦਿੰਦੇ ਨੇ। ਉਹ ਕਹਿੰਦੇ ਨੇ, 184 ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। 84 ਲੱਖ ਦੇ ਵਿੱਚ ਜੂਨ ਦੇ ਵਿੱਚ ਸਭ ਤੋਂ ਉੱਤਮ ਮਨੁੱਖਾ ਦੇਹੀ ਹੈ, ਸਭ ਤੋਂ ਸਰਦਾਰ ਹੈ ਸਾਰਿਆਂ ਦਾ। ਮਨੁੱਖ ਜਿਹੜਾ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਇਸ ਧਰਤੀ ਤੇ ਮਨੁੱਖ ਦੀ ਸਰਦਾਰੀ ਹੈ। ਬਾਕੀ ਜਿਤਨੀਆਂ ਵੀ ਜੋਨਾਂ ਨੇ ਇਹਦੇ ਪਾਣੀ ਭਰਨ ਵਾਲੀਆਂ ਨੇ। ਸੋ ਇਹ ਮਨੁੱਖਾ ਜੀਵਨ ਜਿਹੜਾ ਬਣਾਇਆ ਪਰਮੇਸ਼ਵਰ ਨੇ, ਇਹ ਇੱਕ ਸਭ ਤੋਂ ਅਦਭੁਤ ਅਲੌਕਿਕ ਸਰੀਰ ਸਾਜਿਆ, ਜਿਸ ਦੇ ਅੰਦਰ ਤਰ੍ਹਾਂ ਤਰ੍ਹਾਂ ਦੀ ਸਫੁਰਤੀਆਂ ਤਾਕਤਾਂ ਰੱਖ ਦਿੱਤੀਆਂ। ਤੇ ਭਾਈ ਗੁਰਦਾਸ ਜੀ ਕਹਿੰਦੇ, 184 ਜੂਨ ਵਿੱਚ ਉੱਤਮ ਜੂਨ ਸੋ ਮਾਨਸ ਦੇਹੀ। ਅੱਖੀਂ ਦੇਖੈ ਨਦਰ ਕਰ, ਜਿਹਬਾ ਬੋਲੇ ਬਚਨ ਬਦੇਹੀ। ਅੱਖਾਂ ਨਾਲ ਵੇਖਦਾ, ਜਿਹਬਾ ਇਹਦੀ ਗੱਲਾਂ ਕਰਦੀ ਹੈ, ਜ਼ਬਾਨ ਹੈ ਇਹ ਪੰਜ ਤੱਤ ਦਾ ਹੀ ਸਰੀਰ। ਕੰਨੀ ਸੁਣਦਾ ਸੁਰਤ ਕਰ, ਵਾਸ ਲਏ ਨੱਕ ਸਾਸ ਸਨੇਹੀ। ਕੰਨ ਸੁਣਦੇ ਨੇ, ਉਹੀ ਮਿੱਝ ਖੂਨ ਮਾਸ ਦੇ ਕੰਨ ਬਣੇ ਨੇ, ਉਸ ਦੀਆਂ ਹੀ ਅੱਖਾਂ ਬਣੀਆਂ ਨੇ। ਤਾਂ ਭਾਈ ਸਾਹਿਬ ਜੀ ਕਹਿੰਦੇ, ਕੰਨੀ ਸੁਣਦਾ, ਕੰਨਾਂ ਸੁਣਦਾ ਸੁਰਤ ਕਰ। ਇਸ ਦੇ ਵਿੱਚ ਐਸੀ ਸੁਰਤੀ ਪੈਦਾ ਕੀਤੀ ਹੈ, ਕੰਨਾਂ ਦੇ ਅੰਦਰ ਐਸੀ ਤਾਕਤ ਰੱਖੀ ਹੈ, ਇਹ ਸੁਣਨ ਦਾ ਕੰਮ ਕਰਦੇ ਨੇ। ਕੰਨੀ ਸੁਣਦਾ ਸੁਰਤ ਕਰ, ਵਾਸ ਲਏ ਨੱਕ ਸਾਸ ਸਨੇਹੀ। ਨਾਸਕਾਂ ਵੀ ਇਸ ਦੀਆਂ ਉਸੇ ਮਿੱਝ ਖੂਨ ਮਾਸ ਦੀਆਂ ਬਣੀਆਂ ਨੇ, ਪਰ ਇਹ ਗੰਧ ਸੁਗੰਧ ਦੀ ਪਰਖ ਕਰਦੀਆਂ ਨੇ। ਦੇਖੋ, ਹੈ ਸਰੀਰ ਸਾਰਾ ਪੰਜ ਤੱਤ ਦਾ ਹੀ ਹੈ। ਜਿੰਨੇ ਵੀ ਅੰਗ ਬਣਾਏ ਨੇ ਵੱਖਰੋ ਵੱਖਰਾ ਕੰਮ ਕਰਦੇ ਨੇ। ਇੱਕੋ ਹੀ ਮਟੀਰੀਅਲ ਤੋਂ ਸਮਾਨ ਬਣਿਆ, ਕੰਮ ਵੱਖਰੋ ਵੱਖਰਾ ਕਰਦੇ ਨੇ। ਜੈਸੇ ਇਨਸਾਨ ਨੇ ਬਿਜਲੀ ਪੈਦਾ ਕੀਤੀ ਹੈ, ਬਿਜਲੀ ਹੁਣ ਇੱਕ ਹੈ, ਉਹੀ ਬਿਜਲੀ ਆਉਂਦੀ ਹੈ ਏਸੀ ਦੇ ਵਿੱਚ ਤੇ ਠੰਡ ਪੈਦਾ ਕਰ ਦਿੰਦੀ ਹੈ। ਉਹੀ ਬਿਜਲੀ ਆਉਂਦੀ ਹੈ ਹੀਟ ਦੇ ਵਿੱਚ ਤੇ ਗਰਮੈਸ਼ ਦੇ ਦਿੰਦੀ ਹੈ। ਉਹੀ ਬਿਜਲੀ ਆਉਂਦੀ ਹੈ ਟੀਵੀ ਦੇ ਵਿੱਚ ਤੇ ਟੀਵੀ ਰੇਡੀਓ ਚੱਲਣਾ ਸ਼ੁਰੂ ਹੋ ਜਾਂਦਾ ਹੈ। ਉਹੀ ਬਿਜਲੀ ਆਉਂਦੀ ਹੈ ਘਰ ਦੇ ਵਿੱਚ ਤੇ ਘਰ ਦੇ ਅੰਦਰ ਪੱਖਾ ਲੱਗਿਆ, ਪੱਖਾ ਚੱਲਣ ਲੱਗ ਪੈਂਦਾ ਹੈ। ਪ੍ਰੈਸ ਲੱਗੀ ਹੈ, ਉਸ ਹੀ ਬਿਜਲੀ ਦੇ ਨਾਲ ਪ੍ਰੈਸ ਗਰਮ ਹੋ ਜਾਂਦੀ ਹੈ। ਉਸ ਹੀ ਬਿਜਲੀ ਨਾਲ ਚੁੱਲ੍ਹੇ ਬਣਨ ਲੱਗ ਪੈਂਦੇ ਨੇ, ਭੋਜਨ ਪਾਣੀ ਬਣਨ ਲੱਗ ਪੈਂਦਾ। ਉਹੀ ਬਿਜਲੀ ਬਰਫ਼ ਜਮਾਉਣ ਲੱਗ ਪੈਂਦੀ ਹੈ। ਬਿਜਲੀ ਤਾਂ ਇੱਕ ਹੀ ਹੈ, ਕੰਮ ਵੱਖਰੋ ਵੱਖਰੇ ਕਰਦੀ ਹੈ। ਜਿਵੇਂ ਬਿਜਲੀ ਕੰਮ ਵੱਖਰੋ ਵੱਖਰੇ ਕਰਦੀ ਹੈ, ਗਰਮ ਵੀ ਕਰਦੀ ਹੈ, ਠੰਡਾ ਵੀ ਕਰਦੀ ਹੈ, ਹਵਾ ਵੀ ਦਿੰਦੀ ਹੈ, ਹਵਾ ਤੋਂ ਬਚਾਅ ਵੀ ਕਰਦੀ ਹੈ, ਸਭ ਕੁਝ ਕਰਦੀ ਹੈ। ਬਿਜਲੀ ਦੇ ਨਾਲ ਸਾਰੇ ਕੰਮ ਚੱਲਦੇ ਨੇ। ਇਸੇ ਹੀ ਤਰ੍ਹਾਂ ਪਰਮੇਸ਼ਵਰ ਨੇ ਪੰਜਾਂ ਤੱਤਾਂ ਦਾ ਸਰੀਰ ਤੇ ਪੰਜਾਂ ਤੱਤਾਂ ਦਾ ਹੀ ਹੈ। ਇਹਦੇ ਵਿੱਚ ਜਿਹੜੀਆਂ ਅੱਖਾਂ ਬਣਾਈਆਂ ਉਹ ਵੇਖਣ ਦਾ ਕੰਮ, ਕੰਨ ਸੁਣਨ ਦਾ, ਨਾਸਕਾਂ ਗੰਧ ਸੁਗੰਧ ਦੀ ਪਰਖ ਕਰਨ ਵਾਸਤੇ, ਜ਼ਬਾਨ ਵੀ ਉਸ ਮਟੀਰੀਅਲ ਦੀ ਤੇ ਬੋਲਣ ਦਾ ਕੰਮ ਕਰਦੀ ਹੈ।
ਤੋ ਭਾਈ ਸਾਹਿਬ ਕਹਿੰਦੇ ਨੇ, ਕੰਨੀ ਸੁਣਦਾ ਸੁਰਤ ਕਰ ਵਾਸ ਲਏ, ਨਕ ਸਾਸ ਸਨੇਹੀ। ਕੰਨਾਂ ਨਾਲ ਸੁਣਦਾ ਏ ਮਨੁੱਖ ਤੇ ਨਾਸਕਾਂ ਦੇ ਨਾਲ ਗੰਧ ਸੁਗੰਧ ਦੀ ਪਰਖ ਕਰਦਾ ਹੈ। ਫਿਰ ਅੱਗੇ ਭਾਈ ਸਾਹਿਬ ਜੀ ਕਹਿੰਦੇ, ਹੱਥੀਂ ਕਿਰਤ ਕਮਾਵਣੀ, ਪੈਰੀਂ ਚੱਲਣ ਜੋਤ ਅਵੇਹੀ। ਹੱਥ ਇਹਦੇ ਕੰਮ ਕਰਦੇ ਨੇ। ਜਿਸ ਵੇਲੇ ਇਸ ਦੇ ਅੰਦਰ ਖਿਆਲ ਆਉਂਦਾ ਵੀ ਆਹ ਚੀਜ਼ ਚੁੱਕਣੀ, ਆਪਣੇ ਆਪ ਹੱਥ ਅੱਗੇ ਵੱਧ ਜਾਂਦੇ ਨੇ। ਇਸ ਨੂੰ ਦਿਮਾਗ ਦਿੱਤਾ ਹੈ, ਉਹ ਵੀ ਇਸ 5 ਤੱਤਾਂ ਦਾ ਹੀ ਬਣਿਆ ਹੋਇਆ ਹੈ। ਸਾਰੇ ਸਰੀਰ ਨੂੰ ਚਲਾ ਰਿਹਾ ਦਿਮਾਗ ਹੀ ਹੁਕਮ ਕਰ ਰਿਹਾ ਹੈ। ਦਿਮਾਗ ਹੀ ਹੁਕਮ ਕਰਦਾ ਤੇ ਅੱਖਾਂ ਵੇਖਣ ਦਾ ਕੰਮ ਕਰਦੀਆਂ ਨੇ। ਦਿਮਾਗ ਹੁਕਮ ਕਰਦਾ, ਕੰਨ ਸੁਣਨ ਦਾ ਕੰਮ ਕਰਦੇ ਨੇ। ਦਿਮਾਗ ਕੰਮ ਕਰਦਾ, ਨਾਸਕਾਂ ਸੁਣਦਾ, ਗੰਧ ਸੁਗੰਧ ਪਰਖ ਦਾ ਕੰਮ ਕਰਦੇ ਨੇ। ਜ਼ਬਾਨ ਦਿਮਾਗ ਹੁਕਮ ਕਰਦਾ, ਬੋਲਣ ਦਾ ਕੰਮ ਕਰਦੀ ਹੈ। ਦਿਮਾਗ ਹੀ ਹੁਕਮ ਕਰਦਾ, ਹੱਥ ਚੱਲ ਪੈਂਦੇ ਨੇ। ਤਾਂ ਭਾਈ ਸਾਹਿਬ ਜੀ ਕਹਿੰਦੇ, ਹੱਥੀਂ ਕਿਰਤ ਕਮਾਉਣੀ, ਪੈਰੀਂ ਚੱਲਣ ਜੋਤ ਵੇਹੀ। ਐਸੀ ਜੋਤ ਇਹਦੇ ਅੰਦਰ ਰੱਖੀ ਹੈ, ਹੱਥ ਵੀ ਇਹਦੇ ਹੁਕਮ ਨਾਲ ਚੱਲਦੇ ਨੇ, ਪੈਰ ਵੀ ਚੱਲਦੇ ਨੇ। ਗੁਰਮੁਖ ਜਨਮ ਸਖਾਰਥਾ, ਮਨਮੁਖ ਮੂਰਤ ਮਤ ਕਨੇਹੀ। ਜਿਹੜੇ ਨੇ ਫਿਰ ਗੁਰਮੁਖ, ਉਹਨਾਂ ਨੇ ਇਸ ਮਨੁੱਖਾ ਜਨਮ ਤੋਂ ਲਾਹਾ ਉਠਾ ਲਿਆ। ਜਿਹੜੇ ਗੁਰਮੁਖ ਨੇ ਨਾ, ਉਹਨਾਂ ਨੇ ਇਸ ਮਨੁੱਖਾ ਜਨਮ ਤੋਂ ਲਾਹਾ ਉਠਾ ਲਿਆ। ਹਾਰ ਚਲੇ ਗੁਰਮੁਖ ਜਗ ਜੀਤਾ। ਗੁਰਮੁਖਾਂ ਨੇ ਜਗਤ ਨੂੰ ਜਿੱਤ ਲਿਆ, ਭਾਵ ਉਹਨਾਂ ਨੇ ਇਸ ਮਨੁੱਖਾ ਜਨਮ ਦਾ ਲਾਹਾ ਲੈ ਲਿਆ। ਗੁਰਮੁਖ ਜਨਮ ਸਕਾਰਥਾ, ਉਹਨਾਂ ਨੇ ਸਫਲ ਬਣਾ ਲਿਆ। ਮਨਮੁਖ ਮੂਰਤ ਮਤ ਕਨੇਹੀ, ਮਨਮੁਖ ਨੇ ਮੂਰਖਾਂ ਵਾਲੀ ਮਤ ਦੇ ਨਾਲ ਇਹ ਮਨੁੱਖਾ ਜਨਮ ਨੂੰ ਬੇਅਰਥ ਗਵਾ ਦਿੱਤਾ। ਇੱਕ ਗੁਰਮੁਖਾਂ ਨੇ ਇਸ ਮਨੁੱਖਾ ਜਨਮ ਦਾ ਲਾਹਾ ਉਠਾਇਆ, ਜੀਵਨ ਸਫਲ ਬਣਾ ਲਿਆ। ਮਨਮੁਖਾਂ ਨੇ ਇਸ ਸਰੀਰ ਤੋਂ ਕੋਈ ਕੰਮ ਨਾ ਲਿਆ, ਦੁਨਿਆਵੀ ਧੰਦਿਆਂ ਦੇ ਵਿੱਚ ਹੀ ਖਚਤ ਹੋ ਕੇ ਜੀਵਨ ਬਤੀਤ ਕਰ ਗਿਆ। ਕਰਤਾ ਪੁਰਖ ਵਿਸਾਰ ਕੈ, ਮਾਨਸ ਦੀ ਮਨ ਆਸ ਤਰੇਹੀ। ਜਿਹੜੇ ਮਨਮੁਖ ਨੇ ਨਾ, ਗੁਰਮੁਖ ਨੇ ਤੇ ਆਪਣਾ ਜਨਮ ਸਵਾਰ ਲਿਆ, ਤੇ ਮਨਮੁਖ ਨੇ ਕੀ ਕੀਤਾ? ਕਰਤਾ ਪੁਰਖ ਵਾਹਿਗੁਰੂ ਨੂੰ ਭੁੱਲ ਕੇ, ਵਿਸਰ ਕੇ ਮਾਨਸ ਦੀ ਮਨ ਆਸ ਤਰੇਹੀ। ਮਨੁੱਖਾਂ ਦੀ ਆਸ ਕਰਨ ਲੱਗ ਪਿਆ, ਬੰਦੇ ਦੀ ਆਸ ਕਰਨ ਲੱਗ ਪਿਆ, ਬੰਦੇ ਤੋਂ ਆਸਾਂ ਰੱਖਣ ਲੱਗ ਪਿਆ, ਪਰਮੇਸ਼ਵਰ ਨੂੰ ਭੁੱਲ ਕੇ। ਜਿਸ ਪਰਮੇਸ਼ਵਰ ਨੇ ਇਤਨਾ ਕੀਮਤੀ ਸਰੀਰ ਬਖਸ਼ਿਆ, ਜਿਸ ਵਾਹਿਗੁਰੂ ਨੇ ਸਵਾਸ ਬਖਸ਼ੇ, ਸਰੀਰ ਦੇ ਕੀਮਤੀ ਅੰਗ ਬਖਸ਼ੇ, ਉਸ ਨੂੰ ਭੁੱਲ ਕੇ ਤੇ ਮਨੁੱਖਾਂ ਦੀ ਓਟ ਆਸਰਾ ਲੈਣ ਲੱਗ ਪਿਆ। ਪਸ਼ੂ ਭਰੇ ਤੋਂ ਬੁਰੀ ਬੁਰੇਹੀ। ਜਿਹੜੇ ਪਰਮੇਸ਼ਵਰ ਨੂੰ ਭੁੱਲ ਗਏ ਨਾ, ਉਹ ਪਸ਼ੂ ਤੋਂ ਵੀ ਬਦਤਰ ਹੋ ਗਏ। ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਨੇ ਨਾ, ਜਿਨ੍ਹਾਂ ਦਾ ਜੀਵਨ ਮਨੁੱਖਾਂ ਵਾਲਾ ਨਹੀਂ, ਸਤਿਗੁਰੂ ਪਤਾ ਕੀ ਕਹਿੰਦੇ ਨੇ? ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਕਰਤੂਤਾਂ ਪਸ਼ੂ ਵਾਲੀਆਂ ਦੇਖਣ ਨੂੰ ਮਨੁੱਖ ਲੱਗਦਾ ਹੈ। ਮਨੁੱਖ ਦੀ ਕਰਤੂਤ, ਪਸ਼ੂ ਦੀ ਕਰਤੂਤ ਕੀ ਹੈ? ਪਸ਼ੂ ਦੇ 3 ਕੰਮ ਨੇ। 3 ਕੰਮ: ਖਾਂਦਾ, ਸੌਂ ਲੈਂਦਾ ਤੇ ਮਾਲਕ ਦਾ ਕੰਮ ਕਰ ਦਿੰਦਾ। ਘੋੜਾ ਰੱਖਿਆ, ਕਿਸੇ ਨੇ ਬੈਲ ਰੱਖਿਆ, ਕਿਸੇ ਨੇ ਗਧਾ ਰੱਖਿਆ। ਮਾਲਕ ਪੱਠੇ ਪਾ ਦਿੰਦਾ, ਉਹ ਘੋੜਾ ਹੋਇਆ ਜਾਂ ਬੈਲ ਹੋਇਆ ਜਾਂ ਊਠ ਹੋਇਆ, ਗਧਾ ਹੋਇਆ, ਪੱਠੇ ਖਾ ਕੇ ਪੇਟ ਭਰ ਲੈਂਦਾ, ਫਿਰ ਉਹ ਸੌਂ ਲੈਂਦਾ। ਤੇ ਮਾਲਕ ਜਦੋਂ ਉਹਦੇ ਕੋਈ ਕੰਮ ਲੈਂਦਾ, ਉਹਦਾ ਕੰਮ ਕਰ ਦਿੰਦਾ। ਤੇ ਜੇ ਇਨਸਾਨ ਦਾ ਵੀ ਇਹੀ ਕੰਮ ਹੈ, ਖਾਧਾ ਪੀਤਾ, ਸੌਂ ਲਿਆ ਤੇ ਦੁਨਿਆਵੀ ਧੰਦੇ ਕਰ ਲਏ,
ਤੇ ਉਸ ਪਸ਼ੂ ਨਾਲੋਂ ਕੀ ਫਰਕ ਹੈ? ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਸਿਰਫ ਇੱਕ ਵਿਸ਼ੇਸ਼ ਕਿਸਮ ਦਾ ਪਸ਼ੂ ਹੀ ਹੈ। ਵੈਸੇ ਤੇ ਗੁਰੂ ਸਾਹਿਬ ਜੀ, ਮੈਂ ਅੱਗੇ ਵੀ ਕਈ ਵਾਰੀ ਕਹਿਣਾ ਵੀ ਜੇ ਕਿਸੇ ਨੂੰ ਕਹਿ ਦਿਓ ਵੀ ਤੂੰ ਕੁੱਤਾ ਹੈ, ਤੂੰ ਸੂਰ ਹੈ, ਉਹ ਕਹਿੰਦਾ ਤੂੰ ਜਾਵੇਂਗਾ ਕਿੱਥੇ, ਹੁਣ ਤੈਨੂੰ ਮੈਂ ਮਾਰ ਹੀ ਦੇਣਾ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਉਹ ਕਹਿੰਦੇ ਨੇ, ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇੱਕ ਭਗਵਾਨ ਦੀ ਭਗਤੀ, ਭਗਤੀ ਤੋਂ ਭਾਵ ਭਗਤੀ ਦੇ ਵੈਸੇ ਤਿੰਨ ਅਰਥ ਕਰਦੇ ਨੇ। ਭੱਬੇ ਤੋਂ ਭਾਉ ਪਰਮੇਸ਼ਵਰ ਦਾ ਪਿਆਰ, ਭਗਤੀ। ਗੱਗੇ ਤੋਂ ਗਿਆਨ, ਤੱਤੇ ਤੋਂ ਤਿਆਗ। ਭਗਤ ਉਹੀ ਹੈ ਜਿਸ ਦੇ ਅੰਦਰ ਪਰਮੇਸ਼ਵਰ ਦਾ ਭਾਉ ਪਿਆਰ ਹੈ। ਭਗਤ ਉਹੀ ਹੈ ਜਿਸ ਨੂੰ ਗਿਆਨ ਹੈ। ਗਿਆਨ ਕੀ ਹੈ? ਗੁਰੂ ਹੈ, ਜਿਹੜਾ ਗਿਆਨ ਦੇ ਨਾਲ ਜੁੜਿਆ ਹੈ, ਜਿਹੜਾ ਗਿਆਨਵਾਨ ਹੈ। ਤੇ ਤੀਸਰਾ ਤਿਆਗ, ਤੱਤੇ ਤੋਂ। ਇਹ ਤਿੰਨੇ ਚੀਜ਼ਾਂ ਹੋਵੇ, ਪਰਮੇਸ਼ਵਰ ਦੇ ਨਾਲ ਪਿਆਰ ਭਾਉ ਹੋਵੇ, ਗਿਆਨ ਹੋਵੇ, ਗੁਰੂ ਦੇ ਨਾਲ ਜੁੜਿਆ ਹੋਵੇ, ਗਿਆਨ ਹੋਵੇ। ਜੇ ਜੀਵਨ ਦੇ ਅੰਦਰ ਗਿਆਨ ਨਹੀਂ ਤੇ ਪਸ਼ੂ ਵਾਲਾ ਜੀਵਨ ਹੈ। ਗਿਆਨ ਹੋਵੇ ਤੇ ਤੀਸਰੀ ਗੱਲ ਤਿਆਗ ਹੋਵੇ। ਸੰਸਾਰ ਨੂੰ, ਪਰਿਵਾਰ ਨੂੰ, ਪਦਾਰਥਾਂ ਨੂੰ ਜਫੇ ਮਾਰ ਕੇ ਨਾ ਬੈਠਾ ਹੋਵੇ। ਪਤਾ ਹੋਵੇ ਵੀ ਇਹ ਤੇ ਸੰਸਾਰ, ਪਰਿਵਾਰ, ਪਦਾਰਥ ਖਿਨ ਭੰਗਰ ਨੇ, ਥੋੜ੍ਹੇ ਚਿਰ ਵਾਸਤੇ ਨੇ। ਤੋ ਸਤਿਗੁਰੂ ਜੀ ਕਹਿੰਦੇ ਨੇ, ਗੁਰਮੁਖਾਂ ਨੇ ਤੇ ਆਪਣਾ ਜਨਮ ਸਵਾਰ ਲਿਆ। ਜਿਹੜੇ ਮਨਮੁਖ ਨੇ ਨਾ, ਉਹਨਾਂ ਦਾ ਤੇ ਜੀਵਨ ਪਸ਼ੂਆਂ ਵਾਲਾ ਹੀ ਹੈ। ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ। ਜਿਸ ਪ੍ਰਾਨੀ, ਜਿਸ ਜੀਵ ਦੇ ਮਨ ਵਿੱਚ ਪਰਮੇਸ਼ਵਰ ਦੀ ਭਗਤੀ ਭਾਓ, ਗਿਆਨ, ਤਿਆਗ ਨਹੀਂ, ਉਹ ਤੇ ਫਿਰ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਜਿਸ ਤਰ੍ਹਾਂ ਸ਼ਹਿਰ ਦਾ, ਨਗਰ ਦਾ ਸੂਰ ਹੈ, ਕੁੱਤਾ ਹੈ, ਸਮਝ ਲਓ ਵੀ ਉਹ ਵੀ ਇਸੇ ਤਰ੍ਹਾਂ ਦਾ ਹੀ ਹੈ। ਤੋ ਭਾਈ ਸਾਹਿਬ ਜੀ ਕਹਿੰਦੇ ਨੇ, ਗੁਰਮੁਖਾਂ ਨੇ ਜੀਵਨ ਤੋਂ ਕੰਮ ਲੈ ਲਿਆ, ਸੁਧਾਰ ਕਰ ਲਿਆ, ਆਪਣੇ ਜੀਵਨ ਦਾ ਸਫਲ ਬਣਾ ਲਿਆ। ਤੇ ਜਿਹੜੇ ਮਨਮੁਖ, ਮਨ ਦੀ ਮਰਜ਼ੀ ਕਰਨ ਵਾਲੇ, ਉਹਨਾਂ ਨੇ ਤੇ ਪਸ਼ੂ ਤੇ ਪ੍ਰੇਤਾਂ ਤੋਂ ਵੀ ਬੁਰਾ ਜੀਵਨ ਬਤੀਤ ਕੀਤਾ। ਤੋ ਸਤਿਗੁਰੂ ਜੀ ਕਹਿੰਦੇ ਨੇ, ਉਹ ਪਰਮੇਸ਼ਵਰ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਜੀਉ ਪਾਏ ਤਨ ਸਾਜਿਆ। ਇਹ ਤਨ ਸਾਜ ਕੇ, ਬਣਾ ਕੇ, ਇਸ ਦੇ ਵਿੱਚ ਜੀਵ ਰੱਖ ਦਿੱਤਾ। ਰੱਖਿਆ ਬਣਤ ਬਣਾਏ, ਇਸ ਨੇ ਬਣਤ ਬਣਾ ਕੇ ਰੱਖ ਦਿੱਤੀ। ਇਸ ਸਰੀਰ ਦੇ ਅੰਦਰ ਵਾਹਿਗੁਰੂ ਨੇ ਵੱਖਰੋਂ ਵੱਖਰੇ ਸਫੁਰਤੀਆਂ ਰੱਖ ਦਿੱਤੀਆਂ। ਇਸ ਸਰੀਰ ਦੇ ਅੰਦਰ ਵੱਖਰੋ ਵੱਖਰੀਆਂ ਤਾਕਤਾਂ ਨਿਯਮ ਅਨੁਸਾਰ ਬਣਾ ਕੇ ਰੱਖ ਦਿੱਤੀਆਂ। ਨਿਯਮ ਅਨੁਸਾਰ ਪਰਮੇਸ਼ਵਰ ਨੇ ਸਰੀਰ ਬਣਾਇਆ। ਦੇਖੋ, ਨੱਕ ਜਿੱਥੇ ਸੋਹਣਾ ਲੱਗਦਾ ਸੀ ਉੱਥੇ ਹੀ ਲਾਇਆ। ਜੇ ਹੁਣ ਨੱਕ ਮੱਥੇ ਤੇ ਲੱਗਿਆ ਹੁੰਦਾ ਤੇ ਬੜਾ ਕੋਝਾ ਲੱਗਣਾ ਸੀ ਇਨਸਾਨ ਨੇ। ਜੇ ਅੱਖਾਂ ਇੱਧਰ ਉੱਧਰ ਲੱਗੀਆਂ ਹੁੰਦੀਆਂ ਤੇ ਬੜਾ ਬੁਰਾ ਲੱਗਣਾ ਸੀ। ਕੰਨ ਹੀ ਮੱਥੇ ਤੇ ਲੱਗੇ ਹੁੰਦੇ ਤੇ ਬੜਾ ਬੁਰਾ ਲੱਗਣਾ ਸੀ। ਪਰਮੇਸ਼ਵਰ ਨੇ ਬੜੀ ਤਰਤੀਬ ਦੇ ਨਾਲ ਇਹ ਮਨੁੱਖਾ ਸਰੀਰ ਬਣਾਇਆ। ਸੋਹਣਾ ਲੱਗਦਾ, ਦੇਖਣ ਨੂੰ ਚੰਗਾ ਲੱਗਦਾ। ਤੋ ਹਜ਼ੂਰ ਕਹਿੰਦੇ, ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਅੱਖੀਂ ਦੇਖੈ ਜਿਹਵਾ ਬੋਲੇ। ਅੱਖਾਂ ਜਿਹੜੀਆਂ ਨੇ ਦੇਖਣ ਦਾ ਕੰਮ ਕਰਦੀਆਂ ਨੇ। ਜ਼ਬਾਨ ਜਿਹੜੀ ਹੈ ਬੋਲਣ ਦਾ ਕੰਮ ਕਰਦੀ ਹੈ। ਕੰਨੀ ਸੁਰਤ ਸਮਾਏ, ਕੰਨਾਂ ਦੇ ਵਿੱਚ ਪਰਮੇਸ਼ਵਰ ਨੇ ਸੁਣਨ ਦੀ ਤਾਕਤ, ਸ਼ਕਤੀ ਰੱਖ ਦਿੱਤੀ ਹੈ। ਪੈਰੀ ਚੱਲੈ ਹੱਥੀਂ ਕਰਨਾ, ਦਿੱਤਾ ਪਹਿਨੇ ਖਾਏ। ਪੈਰਾਂ ਨੂੰ ਚੱਲਣ ਦੇ ਨਾਲ, ਪੈਰਾਂ ਦੇ ਨਾਲ ਇਹ ਚੱਲਦਾ। ਪੈਰੀ ਚੱਲੈ ਹੱਥੀਂ ਕਰਨਾ, ਹੱਥਾਂ ਦੇ ਨਾਲ ਕੰਮਕਾਰ ਕਰਦਾ। ਦਿੱਤਾ ਪਹਿਨੇ ਖਾਏ, ਪਰਮੇਸ਼ਵਰ ਦਾ ਬਖਸ਼ਿਆ ਹੋਇਆ ਪਦਾਰਥ, ਬਸਤਰ ਆਦਿਕ, ਭੋਜਨ ਆਦਿਕ ਇਹ ਵਰਤਦਾ। ਜਿਨ ਰਚ ਰਚਿਆ
तिसे न जाने अंधा अंध कमाए। जिसने रचना रची है, जिसने ब्रह्मंड बनाया, जिसने शरीर बनाया, जिसने कन अखां नक मूँह बनाया, हथ पैर दिते ने, उस वाहेगुरु नूं ते ये जानदा ही नहीं। जिन रच रचिया तिसे न जाने, जिसने इस दी रचना कीती, जिसने इस नूं बनाया। अंधा अंध कमाए, अज्ञानता दे विच ही सारा जीवन अज्ञान कमाउंदिਆਂ ही बतीत कर दिता। ਜਾਂ ਭੱਜੈ ਤਾਂ ਠੀਕਰ ਹੋਵੈ, ਘਾੜਤ ਘੜੀ न ਜਾਏ। सतगुरु कहते ਜਾਂ ਭੱਜੈ ਤਾਂ ਠੀਕਰ ਹੋਵੈ। जिवें मिट्टी का घड़ा भज जाता है तो वह ठीकर हो जाता है, ठीकरियां बन जांदियां ने। ये शरीर जदों एक वारी इस दे विचों आत्मा निकल जाती है तो शरीर का कुछ नहीं बनता। दुनिया ते बहुत चीज़ां ने जिहड़ियां रीसाइकल हो रही ने दुनिया ते। जिवें हुण सोना है, सोने दे तुसी गहने बनाओ, 10-20-50 साल बाद गहने पुराने लगते ने। सुनियारा उन्होंने तोड़ के ढाल के फिर नवे बना दिंदा उस सोने नूं, फिर नवे बन जाते, रीसाइकल हो जाते हैं। फिर पित्तल है, पित्तल भी ढाल के दोबारा फिर उसका कुछ ना कुछ बना लिया जाता है। चांदी है, चांदी नूं गाल के फिर ढाल के फिर उसनूं दोबारा फिर नवी तरह की बना लिया जाता है। लोहा है, उसनूं भी ढाल के रीसाइकल किया जाता है। यह जिन्नी प्लास्टिक है, इसनूं भी दोबारा फिर ढाल के बना के फिर इस दियां चीज़ां बना ली जांदियां। पर यह शरीर इस तरह का जदों एक बारी ये टुट गया, भज गया, इस दे विचों आत्मा निकल गई, ਇਹਦਾ कुछ नहीं बनना, ਇਹਦਾ कुछ नहीं बनना। फिर जे कहिए भी हुण रीसाइकल हो जाए ये शरीर नहीं हो सकता। बस एक बारी टुट गया, खत्म होया, आत्मा विचों निकली ते मिट्टी वर्गा हो जाता है। ये मिट्टी वाला मुल भी नहीं, हाले मिट्टी का भी मुल होवेगा, इस शरीर का मुल नहीं, उल्टा खर्चा बन जाता है, उल्टा खर्चा बन जाता है। जदों शरीर चों आत्मा निकलती है ना, इसका क्रिया कर्म करने वास्ते उल्टा खर्चा इंसान नूं बन जाता है। ये रीसाइकल नहीं हुंदा, ये दोबारा नहीं बनता। बाकी सब चीज़ां बन जांदियां ने, दोबारा रीसाइकल हो जांदियां ने। महाराज कहते जां भज्जे तां ठीकर होवै, घाड़त घड़ी न जाए। मुड़ इसकी घाड़त नहीं हो सकती, मुड़े रीसाइकल नहीं हो सकता। मुड़ के इनू ढाल के या बना लिया जाए, कुछ नहीं हुंदा। हम आदमी हाँ एक दमी, मोहलत मोहत ना जाना। ये आदमी उन्ना चिर आदमी है जिन्ना चिर इस दे अंदर दम है। जदों दम निकलिया तो ये मिट्टी दी खाक दी ढेरी है, इस तो वध कुछ भी नहीं। तो हजूर कहते जां भज्जै तां ठीकर होवै, घाड़त घड़ी न जाए। जिस तरह मिट्टी का घड़ा जिहड़ा पक्या होया घड़ा जदों टुट जाता, ठीकरियां बन जांदियां, मुड़ वो घड़ा नहीं बनता। हाले मिट्टी का घड़ा पकाया ना होवे, उहनूं अग ना दित्ती होवे, वो टुट जावे ते घुमियार उसनूं कुट के मिट्टी दे विच पानी पा के दोबारा फिर तैयार कर सकदा है। पर यह शरीर जे विचों जदों एक बारी आत्मा निकली, मुड़ इस शरीर ने नहीं बनना। नानक गुर बिन नाहे पत, पत बिन पार न पाए। गुरु तो बगैर पत नहीं, गुरु तो बगैर इज्जत नहीं, ज्ञान तो बगैर जीवन सफल नहीं। जेड़ी इस्तरी पति दे हुंदियां सुंदियां पति नूं त्याग देवे, पति किते होर फिरदा होवे, आप किते होर फिरदी होवे, उस इस्त्री नूं समाज दे विच कोई सत्कार मान नहीं दिंदा।
ਗੁਰੂ ਤੋਂ ਬਗੈਰ, ਗਿਆਨ ਤੋਂ ਬਗੈਰ ਇਹ ਜੀਵਨ ਪਸ਼ੂ ਵਰਗਾ ਹੈ। ਜਿਹਨੂੰ ਗਿਆਨ ਨਹੀਂ ਨਾ, ਕਈ ਵਾਰੀ ਤੁਸੀਂ ਵੇਖਿਆ ਹੋਣਾ ਵੀ ਕਈ ਲੋਕ ਗਲਤ ਕੰਮ ਕਰ ਬਹਿੰਦੇ ਨੇ ਤੇ ਗਲਤ ਕੰਮ ਨੂੰ ਵੇਖ ਕੇ ਦੋ ਬੰਦੇ ਆ ਜਾਣ, ਉਸ ਦੀ ਅਕਲ ਨੂੰ ਮਾਪ ਕੇ ਕਹਿੰਦੇ ਨੇ ਯਾਰ ਇਹਨੂੰ ਛੱਡ ਦਿਓ, ਇਹ ਤੇ ਬੇਸਮਝ ਜਿਹਾ ਇਨਸਾਨ ਹੈ, ਇਹਨੂੰ ਤੇ ਪਤਾ ਹੀ ਨਹੀਂ ਵੀ ਮੈਂ ਗਲਤ ਕੰਮ ਕੀਤਾ, ਇਸ ਨੂੰ ਕੁਝ ਨਾ ਕਹੋ, ਇਹਨੂੰ ਸਮਝ ਨਹੀਂ, ਇਹਨੂੰ ਇਸ ਪਤਾ ਹੀ ਨਹੀਂ ਵੀ ਆਹ ਨੁਕਸਾਨ ਹੋ ਜਾਣਾ, ਇਸ ਕੰਮ ਦਾ ਇਸ ਤਰ੍ਹਾਂ ਹੋ ਜਾਏਗਾ ਨੁਕਸਾਨ, ਕਹਿੰਦੇ ਇਹਨੂੰ ਛੱਡ ਦਿਓ, ਜਾਣ ਦਿਓ, ਇਹ ਵਿਚਾਰਾ ਬੇਸਮਝ ਹੈ। ਤੇ ਜੇ ਕੋਈ ਸਮਝਦਾਰ ਗੁਨਾਹ ਕਰਦਾ ਤੇ ਕਹਿੰਦੇ ਦੋ ਇਹਦੇ ਹੋਰ ਮਾਰੋ, ਇਹਨੂੰ ਸਮਝ ਸੀ ਇਹਨੇ ਕਿਉਂ ਗੁਨਾਹ ਕੀਤਾ। ਤੇ ਮਨੁੱਖ ਜਿਹੜਾ ਇਹਨੂੰ ਸਮਝਦਾਰ ਸਮਝਿਆ ਜਾਂਦਾ ਹੈ। ਸਮਝਦਾਰ ਤਾਂ ਹੈ ਜਿਸ ਦੇ ਅੰਦਰ ਗਿਆਨ, ਗੁਰੂ ਗਿਆਨ ਦੇ ਨਾਲ ਜੁੜਿਆ ਹੋਇਆ ਹੈ। ਗੁਰੂ ਤੋਂ ਬਗੈਰ ਇਹ ਜੀਵਨ ਅਧੂਰਾ ਹੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰੂ ਤੋਂ ਬਗੈਰ ਇਸ ਨੂੰ ਗਿਆਨ ਨਹੀਂ। ਜੇ 100 ਚੰਦਾ ਉਗਵਹਿ, ਸੂਰਜ ਚੜ੍ਹੇ 1000, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਵੇਂ ਸੈਂਕੜੇ ਹਜ਼ਾਰਾਂ ਲੱਖਾਂ ਹੀ ਸੂਰਜ ਨਿਕਲ ਆਉਣ, ਚੰਦਰਮੇ ਚੜ੍ਹ ਜਾਣ, ਇੰਨੀ ਰੋਸ਼ਨੀ ਹੋਵੇ, ਪਰ ਜੇ ਗੁਰੂ ਨਾ ਹੋਵੇ, ਗਿਆਨ ਨਾ ਹੋਵੇ, ਤਾਂ ਇਸ ਦੇ ਮਨ ਅੰਦਰ ਅੰਧੇਰਾ ਹੈ, ਅਗਿਆਨਤਾ ਦਾ ਅੰਧੇਰਾ ਹੈ। ਅਗਿਆਨਤਾ ਦਾ ਅੰਧੇਰਾ ਜਿਹੜਾ ਉਹ ਗੁਰੂ ਹੀ ਦੂਰ ਕਰ ਸਕਦਾ ਹੈ। ਗੁਰੂ ਤੋਂ ਬਗੈਰ ਇਸ ਦਾ ਇੱਜ਼ਤ ਪੱਤ ਪੜਦਾ ਨਹੀਂ। ਨਾਨਕ ਗੁਰ ਬਿਨ ਨਾਹੇ ਪੱਤ, ਪੱਤ ਬਿਨ ਪਾਰ ਨਾ ਪਾਏ। ਜੇ ਇਹ ਗੁਰੂ ਵਾਲਾ ਨਹੀਂ ਤੇ ਇਸ ਦੀ ਕੋਈ ਇੱਜ਼ਤ ਨਹੀਂ, ਪੱਤ ਨਹੀਂ, ਇਸ ਦਾ ਜੀਵਨ ਸਫਲ ਨਹੀਂ। ਤੇ ਜੀਵਨ ਸਫਲ ਨਹੀਂ, ਪੱਤ ਬਿਨ ਪਾਰ ਨਾ ਪਾਏ, ਫਿਰ ਇਹ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ। ਜੇ ਗਿਆਨ ਨਹੀਂ ਨਾ, ਇਹ ਜਿਹੜਾ ਭੈ ਦਾ, ਡਰ ਦਾ ਸਮੁੰਦਰ ਹੈ, ਇਹ ਪਾਰ ਨਹੀਂ ਕਰ ਸਕਦਾ। ਜੇ ਗਿਆਨ ਨਹੀਂ ਤੇ ਫਜ਼ੂਲ ਵਿਸ਼ੇ ਵਿਕਾਰਾਂ ਤੋਂ ਬਚ ਨਹੀਂ ਸਕਦਾ। ਗਿਆਨ ਦੁਆਰਾ ਹੀ ਬਚ ਸਕਦਾ ਹੈ। ਗਿਆਨ ਹੀ ਇਸ ਦੇ ਜੀਵਨ ਨੂੰ ਸਵਾਰਨ ਵਾਲਾ ਹੈ। ਤੋ ਗੁਰੂ ਤੋਂ ਬਗੈਰ, ਸਤਿਗੁਰੂ ਜੀ ਕਹਿੰਦੇ, ਜਿਵੇਂ ਇਸਤਰੀ ਪਤੀ ਤੋਂ ਬਗੈਰ ਸਮਾਜ ਦੇ ਵਿੱਚ ਆਦਰ ਸਤਿਕਾਰ ਮਾਨ ਨਹੀਂ ਪਾਉਂਦੀ, ਇਸੇ ਤਰ੍ਹਾਂ ਜਿਹੜਾ ਇਨਸਾਨ ਹੈ, ਗੁਰੂ ਤੋਂ ਬਗੈਰ ਉਸ ਦਾ ਜੀਵਨ ਸਫਲ ਨਹੀਂ। ਉਹਦਾ ਜੀਵਨ ਇਸ ਸੰਸਾਰ ਸਮੁੰਦਰ ਤੋਂ ਆਤਮਾ ਪਾਰ ਨਹੀਂ ਹੋ ਸਕਦੀ। ਭੈ ਦਾ ਸਮੁੰਦਰ, ਡਰ ਦਾ ਸਮੁੰਦਰ, ਵਿਸ਼ੇ ਵਿਕਾਰਾਂ ਦਾ ਸਮੁੰਦਰ ਪਾਰ ਨਹੀਂ ਕਰ ਸਕਦਾ। ਇਤਨੇ ਕੁ ਲਫ਼ਜ਼ ਕਬੂਲ ਕਰਨੇ, ਤੁਛ ਬੁੱਧੀ ਅਨੁਸਾਰ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਦੇਣੀ। ਅਗਲੇ ਸ਼ਲੋਕ ਦਾ ਵਿਚਾਰ ਆਪਾਂ ਅਗਲੇ ਦੀਵਾਨ ਵਿੱਚ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਦੀ ਫਿਰ ਦੁਬਾਰਾ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।